ਸੂਬੇਦਾਰ ਸ਼ਿਵ ਸਿੰਘ ਦੀ ਪੁਸਤਕ ਸਾਡਾ ਸੱਭਿਆਚਾਰਕ ਵਿਰਸਾ ਨਹੀਂ ਲੱਭਣੇ ਰੰਗ ਵਾਚੇ ਦਾ 6ਵਾਂ ਅਧਿਆਇ ਭਾਗ 3 ਪੰਜਾਬੀ ਸੱਭਿਆਚਾਰ ਵਿੱਚ ਮਨੁੱਖੀ ਜ਼ਿੰਦਗੀ ਦੀਆਂ ਰਸਮਾਂ ਵਾਲਾ ਸੱਭਿਆਚਾਰ। ਘੁੰਡ ਕੱਢਣ ਤੇ ਘੱਗਰੇ ਦੇ ਪਾਉਣ ਦਾ ਰਿਵਾਜ। ਪੰਜਾਬ ਵਿੱਚ ਇਹ ਦੋਵੇਂ ਰਿਵਾਜ ਜਿਵੇਂ ਘੁੰਡ ਦਾ ਕੱਢਣਾ ਤੇ ਘੱਗਰੇ ਦਾ ਪਾਉਣਾ ਸਿਰਫ ਨੂੰਹਾਂ ਵਾਸਤੇ ਜ਼ਰੂਰੀ ਸੀ, ਪਰ ਕੁੜੀਆਂ ਵਾਸਤੇ ਨਹੀਂ ਸੀ। ਹੋ ਸਕਦਾ ਹੈ ਜਦੋਂ ਇਹ ਰਿਵਾਜ ਚਾਲੂ ਹੋਇਆ ਹੋਵੇਗਾ ਉਸ ਭਿਆਨਕ ਵੇਲੇ ਕੁੜੀਆਂ ਛੋਟੀ ਉਮਰ ਵਿੱਚ ਹੀ ਵਿਆਹ ਦਿੱਤੀਆਂ ਜਾਂਦੀਆਂ ਹੋਣਗੀਆਂ, ਜੋ ਸਹੁਰੇ ਘਰ ਜਾ ਕੇ ਹੀ ਮੁਟਿਆਰ ਰੂਪ ਵਿੱਚ ਆਉਂਦੀਆਂ ਹੋਣਗੀਆਂ। ਘੁੰਡ ਕੱਢਣ ਨਾਲ ਨੂੰਹ ਆਪਣੇ ਚਿਹਰੇ ਨੂੰ ਯਾਨੀ ਸਿਰ ਉੱਪਰ ਲਈ ਹੋਈ ਚੁੰਨੀ ਦੀ ਮੱਥੇ ਉੱਪਰਲੀ ਕਿਨਾਰੀ ਨੂੰ ਥੋੜ੍ਹੀ ਢਿੱਲੀ ਰੱਖ ਕੇ ਤੇ ਚੁੰਨੀ ਨੂੰ ਹੇਠਾਂ ਕਰਕੇ ਛੁਪਾ ਲੈਂਦੀ ਹੁੰਦੀ ਸੀ। ਨੂੰਹ ਦਾ ਆਪਣੇ ਪਤੀ ਤੋਂ ਉਮਰ ਵਿੱਚ ਵੱਡਿਆਂ ਜੇਠਾਂ, ਸਹੁਰਾ, ਚਾਚਿਆਂ, ਤਾਇਆਂ, ਮਾਮਿਆਂ, ਫੁੱਫੜਾਂ ਜਾਂ ਹੋਰ ਕੋਈ ਸਹੁਰੇ ਘਰ ਵੱਲੋਂ ਬਣਦੀ ਰਿਸ਼ਤੇਦਾਰੀ ਵਿਚਲੇ ਮਰਦ ਅਤੇ ਸਹੁਰਾ ਪਿੰਡ ਵਾਸੀਆਂ ਤੋਂ ਘੁੰਡ ਕੱਢਣਾ ਜ਼ਰੂਰੀ ਸੀ। ਹੋ ਸਕਦਾ ਨੂੰਹ ਵੱਲੋਂ ਇਹ ਪਰਦਾ ਆਪਣੇ ਸਰੀਰਕ ਜੋਬਨ, ਰੰਗ ਰੂਪ ਦੇ ਨਿਖਾਰ ਤੇ ਨੈਣ ਨਕਸ਼ਾਂ ਨੂੰ ਛੁਪਾਉਣ ਵਾਸਤੇ ਹੀ ਕੀਤਾ ਜਾਂਦਾ ਹੋਵੇਗਾ। ਆਨੰਦ ਕਾਰਜ ਵੇਲੇ ਕੁੜੀ ਘੁੰਡ ਕੱਢ ਕੇ ਫੁਲਕਾਰੀ ਵਿੱਚ ਚੰਗੀ ਤਰ੍ਹਾਂ ਲਪੇਟੀ ਹੁੰਦੀ ਸੀ। ਉਸ ਨੇ ਆਪਣੇ ਹੱਥ ਵੀ ਛੁਪਾਏ ਹੋਏ ਹੁੰਦੇ ਸਨ। ਉਸ ਦੀ ਪਛਾਣ ਸਿਰਫ ਬਾਕੀ ਕੱਦ ਦੀ ਹੀ ਰਹਿ ਜਾਂਦੀ ਸੀ। ਹੁਣ ਇਹ ਸਭ ਕੁਝ ਬਦਲ ਚੁੱਕਿਆ। ਘੱਗਰੇ ਦਾ ਰਿਵਾਜ ਵੀ ਹੋ ਸਕਦਾ ਭਿਆਨਕ ਹਾਲਾਤ ਸਮੇਂ ਵੇਲੇ ਹੀ ਸ਼ੁਰੂ ਹੋਇਆ ਹੋਵੇਗਾ। ਇਹ ਰਸਮ ਤੇ ਰਿਵਾਜ ਹੋ ਸਕਦਾ ਉਸ ਮਾੜੇ ਸਮੇਂ ਵੇਲੇ ਨੂੰਹ ਦੇ ਘਰੋਂ ਬਾਹਰ ਨਿਕਲਣ ਵੇਲੇ ਉਸ ਦੇ ਲੱਕ ਤੋਂ ਹੇਠਲੇ ਸਰੀਰਕ ਅੰਗਾਂ ਦੀਆਂ ਤੁਰਨ ਵੇਲੇ ਦੀਆਂ ਹਰਕਤਾਂ ਨੂੰ ਲੋਕਾਂ ਦੀਆਂ ਕਾਮਕ ਨਜ਼ਰਾਂ ਤੋਂ ਬਚਾਉਣਾ ਹੋਵੇਗਾ। ਘੱਗਰਾ ਪਾਏ ਤੋਂ ਇਤਨਾ ਨੀਵਾਂ ਹੋਣਾ ਚਾਹੀਦਾ ਸੀ ਕਿ ਜਿਸ ਨਾਲ ਨੂੰਹ ਦੇ ਗਿੱਟੇ ਤੇ ਪੈਰ ਵੀ ਢੱਕ ਹੋ ਜਾਂਦੇ ਸਨ। ਘੱਗਰਾ ਵੀ ਨੂੰਹਾਂ ਨੂੰ ਘੁੰਡ ਵਾਂਗੂ ਹੀ ਸਹੁਰਾ ਪਿੰਡ ਹੀ ਪਾਉਣਾ ਪੈਂਦਾ ਸੀ। ਘੁੰਡ ਕੱਢਣ ਤੇ ਘੱਗਰੇ ਦੀ ਰਸਮ ਤੇ ਰਿਵਾਜ ਲਗਭਗ 1960-70 ਤੋਂ ਮਗਰੋਂ ਘਟਣਾ ਸ਼ੁਰੂ ਹੋ ਗਿਆ। 1980-85 ਈਸਵੀ ਤੱਕ ਤਾਂ ਪੰਜਾਬ ਵਿੱਚ ਇਹ ਖਤਮ ਹੋ ਗਿਆ ਸੀ, ਪਰ ਭਾਰਤ ਦੇ ਦੂਸਰੇ ਸੂਬਿਆਂ ਵਿੱਚ ਕਈ ਥਾਈਂ ਹੁਣ ਵੀ ਚਾਲੂ ਹੈ। ਘੱਗਰਾ ਵੀ ਫੈਸ਼ਨ ਵਿੱਚ ਆ ਕੇ ਨੂੰਹਾਂ ਵਾਸਤੇ ਕਾਲੇ ਰੰਗ ਦੇ ਸੂਫ ਵਾਲੇ ਕੱਪੜੇ, ਲਾਲ ਰੰਗ ਤੇ ਦੂਸਰੇ ਰੰਗਾਂ ਦੇ ਵੀ ਤੇ 20 ਗਜ਼ ਦੇ ਭਾਰੇ ਸਮਾਏ ਜਾਣ ਲੱਗ ਪਏ ਸੀ। ਪਰ ਅਫਸੋਸ ਵੇਲੇ ਥੋੜ੍ਹਾ ਚਿੱਟੇ ਰੰਗ ਦਾ ਘੱਗਰਾ ਤੇ ਚਿੱਟੀ ਹੀ ਚੁੰਨੀ ਦੀ ਵਰਤੋਂ ਕੀਤੀ ਜਾਂਦੀ ਸੀ। ਘੱਗਰੇ ਦਾ ਨਾਂ ਸੱਭਿਆਚਾਰਕ ਗੀਤਾਂ ਵਿੱਚ ਵੀ ਆਉਣ ਲੱਗ ਪਿਆ ਸੀ, ਜਿਵੇਂ ਮੇਰਾ ਘੱਗਰਾ 20 ਗਜ਼ ਦਾ ਜਾਂ ਮੇਰਾ ਘੱਗਰਾ ਸੂਫ ਦਾ। ਆਨੰਦ ਕਾਰਜ 11-12 ਵਜੇ ਤੱਕ ਹੋ ਜਾਂਦਾ ਹੁੰਦਾ ਸੀ। ਉਸ ਤੋਂ ਮਗਰੋਂ ਬਰਾਤ ਵਿਆਹ ਹੋ ਗਏ ਦੀ ਖੁਸ਼ੀ ਵਿੱਚ ਭੰਗੜਾ ਪਾਉਂਦੀ ਤੇ ਨੱਚਦੀ ਟੱਪਦੀ ਡੇਰੇ 'ਤੇ ਪਹੁੰਚ ਜਾਂਦੀ ਸੀ। ਰੋਟੀ ਕੱਢਣਾ ਤੇ ਦੁਪਹਿਰ ਦੀ ਰੋਟੀ। ਇਹ ਰੋਟੀ ਲਗਭਗ ਲੜਕੀ ਦੇ ਨਾਨਕਿਆਂ ਵੱਲੋਂ ਹੁੰਦੀ ਸੀ ਤੇ ਘਰ ਦੇ ਕੋਠੇ ਉੱਤੇ ਚਾਨਣੀ ਲਾ ਕੇ ਕੋਰੇ ਵਿਛਾਏ ਹੋਏ ਹੁੰਦੇ ਸਨ। ਰੋਟੀ ਦਾ ਸੱਦਾ ਮਿਲਦੇ ਹੀ ਬਰਾਤ 1-1:30 ਵਜੇ ਕੋਰਿਆਂ 'ਤੇ ਬੈਠੀ ਹੁੰਦੀ। ਰੋਟੀ ਵਰਤਾਈ ਜਾਂਦੀ। ਤਦ ਮੁੰਡੇ ਦਾ ਬਾਪ ਰੋਟੀ ਖਾਣ ਤੋਂ ਪਹਿਲੋਂ ਆਪਣੇ ਪਿੰਡ ਜਾਂ ਗੁਆਂਢੀ ਪਿੰਡਾਂ ਦੀਆਂ ਕੁੜੀਆਂ ਜੋ ਇੱਥੇ ਪਹਿਲੋਂ ਵਿਆਹੀਆਂ ਹੋਈਆਂ ਹੁੰਦੀਆਂ ਸਨ ਦੀ ਇੱਜ਼ਤ ਸਤਿਕਾਰ ਕਰਨ ਵਾਸਤੇ ਉਹਨਾਂ ਦੇ ਨਾਂ ਗਿਣ ਕੇ ਉਤਨੇ ਥਾਲ ਰੋਟੀ ਵਾਲੇ ਹੋਰ ਮੰਗਵਾ ਲੈਂਦਾ ਹੁੰਦਾ ਸੀ ਤੇ ਲੜਕੀ ਦੇ ਪਿੰਡ ਦੇ ਲਾਗੀ ਨੂੰ ਕੋਲ ਕੁੜੀਆਂ ਦੇ ਨਾਂ ਦੱਸ ਕੇ ਰੋਟੀ ਵਾਲੇ ਥਾਲ ਰੁਮਾਲਾਂ ਦੇ ਨਾਲ ਢੱਕ ਕੇ ਉੱਤੇ ਕੁਝ ਰੁਪਏ ਰੱਖ ਕੇ ਉਸ ਲਾਗੀ ਹੱਥੀ ਮਨੌਤ ਵਾਲੀਆਂ ਕੁੜੀਆਂ ਦੇ ਘਰ ਭੇਜ ਦੇਣ ਦੀ ਬੇਨਤੀ ਕਰ ਦਿੰਦਾ ਸੀ, ਜਿਸ ਨੂੰ ਰੋਟੀ ਕੱਢਣਾ ਕਿਹਾ ਜਾਂਦਾ ਸੀ। ਇਹਨਾਂ ਥਾਲਾਂ ਵਿੱਚ ਅੱਜ ਨਵੀਂ ਵਿਆਹੀ ਨੂੰਹ ਨੂੰ ਵੀ ਅੱਜ ਤੋਂ ਧੀ ਸਮਝ ਕੇ ਉਸ ਦਾ ਵੀ ਥਾਲ ਸ਼ਾਮਲ ਹੁੰਦਾ ਸੀ। ਖਤਮ ਹੋ ਰਹੀਆਂ ਪੁਰਾਣੀਆਂ ਰਸਮਾਂ। ਰੋਟੀ ਕੱਢਣ ਦਾ ਰਿਵਾਜ ਇੱਕ ਬਹੁਤ ਮਿੱਠਾ, ਪਿਆਰਾ, ਮਾਣ ਸਨਮਾਨ ਵਾਲਾ ਰਿਵਾਜ, ਇੱਕ ਵਿਸ਼ੇਸ਼ ਤੇ ਆਦਰ ਤੇ ਸਾਂਝ ਦਾ ਪ੍ਰਤੀਕ ਹੁੰਦਾ ਸੀ। ਇਹੋ ਜਿਹੀਆਂ ਕੀਮਤੀ ਰਸਮਾਂ ਪੰਜਾਬੀ ਸੱਭਿਆਚਾਰ ਵਿੱਚ ਹੋਣ ਕਰਕੇ ਸਾਡਾ ਵਿਰਸਾ ਬਹੁਤ ਅਮੀਰ ਅਤੇ ਗਹਿਰ ਗੰਭੀਰ ਬਣਿਆ ਹੋਇਆ ਸੀ। ਇਹ ਰਸਮ ਨਵੀਆਂ ਸਾਂਝਾਂ ਪਾਉਣ ਤੇ ਵਧਾਉਣ ਵਾਲੀ ਹੁੰਦੀ ਸੀ, ਜਿਸ ਕਰਕੇ ਸਾਡਾ ਸੱਭਿਆਚਾਰ ਆਪਣੀ ਬੁੱਕਲ ਵਿੱਚ ਬਹੁਤ ਹੀ ਮੋਹ ਭਿੱਜੀਆਂ, ਸਾਰਥਕ ਤੇ ਅਪਣੱਤ ਭਰੀਆਂ ਰਸਮਾਂ ਤੇ ਸਾਂਝਾ ਸੰਭਾਲੀ ਬੈਠਾ ਸੀ। ਪਰ ਹੁਣ ਸਮੇਂ ਨੇ ਬਹੁਤ ਹੀ ਵੱਡਾ ਗਲਤ ਪਲਟਾ ਮਾਰ ਦਿੱਤਾ ਹੈ। ਜਦੋਂ ਦਾ ਪੈਰਿਸ ਸੱਭਿਆਚਾਰ ਚਾਲੂ ਹੋਇਆ ਉਦੋਂ ਤੋਂ ਪੁਰਾਣੇ ਸੱਭਿਆਚਾਰ ਦਾ ਤਾਂ ਪੱਠਾ ਹੀ ਬਿਠਾ ਦਿੱਤਾ ਗਿਆ। ਜੰਝ ਬੰਨ੍ਹਣਾ। ਪੁਰਾਤਨ ਸਮੇਂ ਵਿੱਚ ਵਿਆਹ ਵੇਲੇ ਇੱਕ ਹੋਰ ਰਸਮ ਜੰਝ ਬੰਨ੍ਹਣਾ ਤੇ ਜੰਝ ਛਡਾਉਣਾ ਦੀ ਰਸਮ ਵੀ ਦਿਲਚਸਪ ਤੇ ਹਾਸੇ ਮਜ਼ਾਕ ਵਾਲੀ ਹੋਇਆ ਕਰਦੀ ਸੀ, ਜਿਸ ਰਾਹੀਂ ਕਾਵੀ ਸ਼ੈਲੀ ਦੇ ਪਿਆਰਿਆਂ ਨੂੰ ਇੱਕ ਨਵਾਂ ਆਨੰਦ ਤੇ ਖੁਸ਼ੀਆਂ ਮਹਿਸੂਸ ਹੋਇਆ ਕਰਦੀਆਂ ਸਨ। ਦੁਪਹਿਰ ਦੀ ਰੋਟੀ ਖਾਣ ਵੇਲੇ ਜਦੋਂ ਜੰਝ ਕੋਰਿਆਂ 'ਤੇ ਬੈਠੀ ਹੁੰਦੀ ਤੇ ਰੋਟੀ ਖਾਣ ਵਾਸਤੇ ਵਰਤਾਈ ਹੁੰਦੀ, ਤਦ ਰੋਟੀ ਖਾਣ ਦੀ ਇਜਾਜ਼ਤ ਉਸ ਪਿੰਡ ਦੀ ਪੰਚਾਇਤ ਵੱਲੋਂ ਮਿਲਣ ਤੋਂ ਪਹਿਲੋਂ ਹੀ 2 ਸ਼ੈਤਾਨ ਜੀਆਂ ਕੁੜੀਆਂ ਜੋ ਪਹਿਲੇ ਹੀ ਬੋਲਣ ਨੂੰ ਤਿਆਰ ਤੇ ਕਾਹਲੀਆਂ ਹੁੰਦੀਆਂ ਸਨ, ਖੜੀ ਹੋ ਕੇ ਜੰਝ ਬੰਨ੍ਹਣ ਵਾਲੀ ਕਵਿਤਾ ਬੋਲ ਦਿੰਦੀਆਂ ਹੁੰਦੀਆਂ, ਜਿਸ ਨੂੰ ਜੰਝ ਬੰਨ੍ਹ ਦਿੱਤੀ ਕਿਹਾ ਜਾਂਦਾ ਸੀ। ਹੁਣ ਜੰਝ
ਉਤਨਾ ਸਮਾਂ ਰੋਟੀ ਨਹੀਂ ਖਾ ਸਕਦੀ ਜਦੋਂ ਤੱਕ ਬਰਾਤੀਆਂ ਵਿੱਚੋਂ ਵੀ ਇਸ ਜੰਜ ਬੰਨ੍ਹਣ ਵਾਲੀ ਕਵਿਤਾ ਦੇ ਜਵਾਬ ਵਿੱਚ ਜੰਜ ਖੋਲ੍ਹਣ ਵਾਲੀ ਕਰਾਰੀ ਜੀ ਕਵਿਤਾ ਬੋਲ ਕੇ ਬੱਧੀ ਜੰਜ ਛੁਡਾ ਨਹੀਂ ਸੀ ਲੈਂਦਾ। ਉਸ ਵੇਲੇ ਬਰਾਤੀ ਸੱਚਮੁੱਚ ਹੀ ਉਦੋਂ ਤੱਕ ਬੰਨ੍ਹਿਆ ਹੋਇਆਂ ਵਾਂਗੂ ਬੈਠੇ ਮਹਿਸੂਸ ਕਰਦੇ ਤੇ ਜੰਜ ਖੁੱਲ੍ਹਣ ਦੀ ਉਡੀਕ ਕਰਦੇ ਹੁੰਦੇ ਸਨ। ਦੋ ਕੁੜੀਆਂ ਇਉਂ ਕਹੀ ਗਈ ਕਵਿਤਾ ਬੋਲ ਕੇ ਜੰਜ ਬੰਨ੍ਹ ਦਿੰਦੀਆਂ ਹੁੰਦੀਆਂ ਸਨ। ਸਤਨਾਮ ਸ਼੍ਰੀ ਵਾਹਿਗੁਰੂ, ਲਓ ਰਾਮ ਦਾ ਨਾਮ, ਸੇਖੇ ਕੋਲੇ ਰੰਗੀਆਂ, ਜਾਣੇ ਜਗ ਜਹਾਨ, ਜੰਜ ਬੰਨੂਗੀ ਸੱਜਣੋਂ ਐਸੇ ਹੋਵੋ ਹੈਰਾਨ। ਬੰਨਾ ਰੇਲ ਮੋਟਰਾਂ ਯੱਕੇ ਦੇਵਾਂ ਬੰਨ, ਬੰਨਾ ਗੱਡੇ ਘੋੜੀਆਂ ਚੜੀ ਭੌਰ ਦੀ ਜੰਜ, ਜੰਜ ਸੋਚ ਕੇ ਛਡਾਇਓ ਵੇ, ਬੰਨ ਦਿੱਤੇ ਸੱਜਣੋਂ ਜੀ ਬੰਨ ਦਿੱਤੇ ਰੜੇ ਮਤਾ। ਜੰਜ ਛਡਾਉਣ ਜਾਂ ਖੋਲ੍ਹਣਾ। ਉਸ ਤੋਂ ਮਗਰੋਂ ਜੰਜ ਵਿੱਚੋਂ ਹੀ ਇੱਕ ਗੱਭਰੂ ਹੱਥ ਵਿੱਚ ਰੁਮਾਲ ਨਾਲ ਟੱਕੀ ਥਾਲੀ ਫੜ ਕੇ ਅੱਗੇ ਆਉਂਦਾ ਤੇ ਜੰਜ ਛਡਾਉਣ ਵਾਲੀ ਕਵਿਤਾ ਬੋਲਦਾ। ਬੰਨਾ ਤੇਰੀ ਸੱਗੀ ਤੇ ਪਰਾਂਦਾ, ਬੰਨਾ ਗਲ ਦੀ ਤਵੀਤੀ ਨੀ, ਬੰਨਾ ਤੇਰੇ ਕਾਂਟੇ ਵਾਲੀਆਂ, ਬੰਨਾ ਬਟਨ ਪ੍ਰੀਤੀ ਨੀ, ਬੰਨਾ ਤੇਰੀ ਆਉਣੀ ਜਾਣੀ, ਬੰਨਾ ਤੇਰੀ ਫਿਰਕੀ, ਛੁੱਟ ਗਈ ਸਈਆਂ ਦੀ ਸੰਦੂਰੀ ਕੁੜਤੀ, ਬੰਨਾ ਤੇਰੀ ਆਉਣੀ ਜਾਣੀ, ਬੰਨਾ ਰੂੜੀਆਂ, ਛੁੱਟ ਗਈਆਂ ਸਈਆਂ ਦੀਆਂ ਵੰਗਾਂ ਚੂੜੀਆਂ, ਬੰਨ ਰੱਥ ਗੱਡੀਆਂ ਰੱਥਾਂ ਦੇ ਜੰਗ ਵੇ, ਛੁੱਟ ਗਏ ਸਈਆਂ ਦੇ ਤਮਾਮ ਅੰਗ ਵੇ। ਹੁਣ ਕੁੜੀ ਵਾਲਿਆਂ ਵੱਲੋਂ ਇੱਕ ਬੰਦਾ ਉੱਠ ਕੇ ਖੜ੍ਹਾ ਹੋ ਜਾਂਦਾ ਤੇ ਜੰਜ ਛਡਾਉਣ ਵਾਲੇ ਨੂੰ ਬਿਠਾ ਕੇ ਰੋਟੀ ਖਾ ਲੈਣ ਦੀ ਇਜਾਜ਼ਤ ਵੀ ਦੇ ਦਿੰਦਾ। ਜਦੋਂ ਜੰਜ ਰੋਟੀ ਖਾਣ ਲੱਗਦੀ ਹੈ ਤਦ ਕੁੜੀਆਂ ਕਵਿਤਾ ਵਿੱਚ ਦੋਹਾ ਕਹਿ ਦਿੰਦੀਆਂ ਨੇ। ਹਾਏ ਮਿਰਚੇ ਥੂ ਮਿਰਚੇ ਤੇਰੀ ਲਹਿਰ ਬੁਰੀ, ਤੇਰੀ ਜ਼ਹਿਰ ਬੁਰੀ, ਲੜ ਗਈ ਦਿਲ ਤੇ ਲਾੜਾ ਕੱਢੇ ਦੰਦ, ਹੀ ਬਾਪੂ ਬੂੰਦੀ ਆਈਆਂ। ਅੱਗੋਂ ਬਾਪੂ ਬੋਲਦਾ, ਚੁੱਪ ਕਰ ਕੰਜਰਾ ਮਸਾਂ ਥਿਆਈ ਆ, ਅਜੇ ਤਾਂ ਪਹਿਲੀ ਬੁਰਕੀ ਲਾਈ ਹੈ। ਤਦ ਰੋਟੀ ਖਾ ਕੇ ਜਾਰੀ ਜੰਜ ਨੂੰ ਕੁੜੀਆਂ ਫਿਰ ਕਹਿ ਦਿੰਦੀਆਂ ਹਨ। ਲਾੜੇ ਦੀ ਮਾਂ ਦੀ ਘੱਗਰੀ ਵਿੱਚ ਲੂੰਬੜ ਵੜਿਆ, ਖੂਬ ਤਮਾਸ਼ਾ ਹੋ ਜਦੋਂ ਉਸ ਨੂੰ ਫੜਿਆ। ਇਹ ਕਈਆਂ ਗਈਆਂ ਰਸਮਾਂ ਤੇ ਰਿਵਾਜਾਂ ਵਾਲੇ ਕੀਮਤੀ ਪੰਜਾਬੀ ਸੱਭਿਆਚਾਰ ਨੂੰ ਬਣਨ ਤੇ ਹੋਂਦ ਵਿੱਚ ਆਉਣ ਵਾਸਤੇ ਕਈ ਹਜ਼ਾਰ ਸਾਲ ਲੱਗ ਗਏ ਹੋਣਗੇ, ਪਰ ਅਸੀਂ ਇਸ ਨੂੰ ਤਿਆਗਣ ਵਾਸਤੇ ਬਹੁਤ ਥੋੜ੍ਹਾ ਸਮਾਂ ਲਿਆ ਹੈ। ਇਹ ਸਾਡੀ ਭੁੱਲ ਹੈ। ਅਸੀਂ ਉਸ ਵੇਲੇ ਪਛਤਾਵਾਂਗੇ ਜਦੋਂ ਇਸ ਨੂੰ ਜਾਣਨ ਵਾਲਾ ਆਖਰੀ ਮਰਦ ਜਾਂ ਇਸਤਰੀ ਵੀ ਇੱਥੋਂ ਜਾ ਚੁੱਕਾ ਹੋਵੇਗਾ। ਨਵੀਂ ਪੀੜ੍ਹੀ ਇਸ ਨੂੰ ਫਜ਼ੂਲ ਦਾ ਸੱਭਿਆਚਾਰ ਕਹਿੰਦੀ ਹੈ, ਪਰ ਬਜ਼ੁਰਗ ਨਵੇਂ ਹੋਂਦ ਵਿੱਚ ਆ ਰਹੇ ਸੱਭਿਆਚਾਰ ਨੂੰ ਬੇਲੋੜਾ ਤੇ ਖਰਚੀਲਾ ਤੇ ਬੇਸ਼ਰਮੀ ਵਾਲਾ ਸੱਭਿਆਚਾਰ ਮੰਨਦੇ ਨੇ। ਵਿਸਰ ਰਿਹਾ ਵਿਰਸਾ। ਛੰਦ ਪਰਾਗੇ। ਅਲੋਪ ਹੁੰਦੀ ਜਾ ਰਹੀ ਵਿਆਹ ਦੀ ਰੌਣਕ ਰਸਮ ਛੰਦ ਪਰਾਗੇ ਵਿੱਚ ਛੰਦ ਸੁਣਨ ਦਾ ਅਸਲ ਮਕਸਦ ਕੁੜੀਆਂ ਭਾਵ ਕੁੜੀਆਂ ਦੀਆਂ ਭੈਣਾਂ ਵੱਲੋਂ ਲਾੜੇ ਦੇ ਸੁਭਾਅ ਬਾਰੇ ਜਾਣੂ ਹੋਣਾ ਹੀ ਹੁੰਦਾ ਹੈ। ਇਹ ਰਸਮ ਸਿੱਠਣੀਆਂ ਸੁਹਾਗਾਂ ਨਾਲ ਮੇਲ ਖਾਣ ਵਾਲੀ ਵੰਨਗੀ ਦਾ ਨਾਂ ਹੈ ਛੰਦ ਪਰਾਗੇ। ਜੁੱਤੀ ਉਤਾਰ ਕੇ ਮੰਜੇ ਉੱਤੇ ਬੈਠੇ ਲਾੜੇ ਦੀ ਜੁੱਤੀ ਨੂੰ ਕੁੜੀਆਂ ਪਹਿਲਾਂ ਚੁੱਕ ਕੇ ਲੁਕੋ ਦਿੰਦੀਆਂ ਹਨ, ਪਰ ਮਗਰੋਂ ਕੁਝ ਨਗਦਨਾਮਾ ਲੈ ਕੇ ਵਾਪਸ ਫੜਾ ਦਿੰਦੀਆਂ ਨੇ। ਇਹ ਉਹ ਵੇਲਾ ਹੁੰਦਾ ਹੈ ਜਦੋਂ ਲਾੜਾ ਵਾਪਸ ਘਰ ਤੇ ਪਿੰਡ ਜਾਣ ਵਾਸਤੇ ਲੜਕੀ ਯਾਨੀ ਲਾੜੀ ਨੂੰ ਨਾਲ ਲੈ ਕੇ ਜਾਣ ਵਾਸਤੇ ਉਸ ਦੇ ਘਰ ਜਾਂਦਾ ਹੈ। ਉਸ ਵੇਲੇ ਉਸ ਦੀਆਂ ਸਾਲੀਆਂ ਦਾ ਝਰਮਟ ਉਸ ਉੱਤੇ ਹਮਲਾ ਹੀ ਕਰ ਦਿੰਦਾ ਹੈ। ਉਹ ਲਾੜੇ ਦੀ ਝਿਜਕ, ਸੰਗ ਤੇ ਚੁੱਪ ਤੋੜਨ ਵਾਸਤੇ ਹਰ ਹੀਲਾ ਕਰਦੀਆਂ ਨੇ। ਉਹ ਇਹ ਵੀ ਕਹਿ ਦਿੰਦੀਆਂ ਹਨ ਕਿ ਲਾੜਾ ਤਾਂ ਗੂੰਗਾ ਹੈ ਤੇ ਛੰਦ ਸੁਣਨ ਦੀ ਜ਼ਿੱਦ ਕਰਦੀਆਂ ਹਨ ਤਾਂ ਕਿ ਉਸ ਦੀ ਮਾਨਸਿਕਤਾ ਬਾਰੇ ਪਤਾ ਲੱਗ ਸਕੇ, ਅਤੇ ਇਹ ਵੇਲਾ ਲਾੜੇ ਦੀ ਪਰਖ ਵਾਲਾ ਵੀ ਹੁੰਦਾ ਹੈ। ਇਹ ਲਾੜੇ ਵੱਲੋਂ ਸਾਲੀਆਂ ਨਾਲ ਸੰਵਾਦ ਦੇ ਪਲ ਹੁੰਦੇ ਨੇ ਤੇ ਦੇਖਿਆ ਜਾਂਦਾ ਕਿ ਕਿਤੇ ਲਾੜਾ ਸਾਲੀਆਂ ਅੱਗੇ ਕਿਤੇ ਹਥਿਆਰ ਸੁੱਟ ਕੇ ਕਿਤੇ ਹਾਰ ਤਾਂ ਨਹੀਂ ਮੰਨ ਲੈਂਦਾ। ਕਈ ਵਾਰ ਲਾੜਾ ਡਰ ਕੇ ਝਿਜਕ ਜਾਂਦਾ ਤੇ ਖਹਿੜਾ ਛਡਾਉਣ ਵਾਸਤੇ ਛੰਦ ਸੁਣਾ ਦਿੰਦਾ। ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤੀਰ, ਤੁਸੀਂ ਮੇਰੀਆਂ ਭੈਣਾਂ ਵਰਗੀਆਂ ਤੇ ਮੈਂ ਤੁਹਾਡਾ ਵੀਰ। ਤੇ ਸਾਲੀਆਂ ਦੀ ਜ਼ਿੱਦ ਕਰਨ ਕਰਕੇ ਫਿਰ ਅਗਲਾ ਛੰਦ ਸੁਣਾਉਂਦਾ ਹੈ। ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਗਾਂ, ਅੱਜ ਤੋਂ ਸਹੁਰਾ ਬਾਪ ਹੈ ਮੇਰਾ ਤੇ ਸੱਸ ਬਣ ਗਈ ਮੇਰੀ ਮਾਂ। ਇੰਨੇ ਕੁ ਸਮੇਂ ਵਿੱਚ ਸਾਲੀਆਂ ਲਾੜੇ ਦੇ ਚਿਹਰੇ ਵੱਲ ਤੱਕ ਕੇ ਤੇ ਹਾਵ ਭਾਵ ਦੇਖ ਲੈਂਦੀਆਂ ਤੇ ਉਸ ਦੇ ਬੋਲਣ ਤੋਂ ਪਛਾਣ ਲੈਂਦੀਆਂ ਕਿ ਲਾੜਾ ਕਿਸ ਸੁਭਾਅ ਦਾ ਮਾਲਕ ਹੈ। ਸਾਲੀਆਂ ਲਾੜੇ ਨੂੰ ਘੰਟਾ ਘੇਰੀ ਰੱਖ ਕੇ ਉਸ ਨੂੰ ਆਪਣੇ ਅਸਲੀ ਸੁਭਾਅ ਉੱਤੇ ਲੈ ਆਉਂਦੀਆਂ ਹਨ ਤੇ ਫਿਰ ਉਹ ਵੀ ਭੜਕਦਾ ਨਹੀਂ। ਸੱਸ ਤੇ ਸਹੁਰੇ ਦਾ ਸਤਿਕਾਰ ਕਰਕੇ ਛੰਦ ਸੁਣਾਉਂਦਾ ਹੈ। ਉਹ ਕਹਿੰਦਾ ਹੈ, ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਹੱਥੀ, ਸਾਲਾ ਮੇਰਾ ਬਹੁਤ ਚੰਗਾ ਪਰ ਸਾਲੇ ਹਾਰ ਕਪੱਤੀ। ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਡੋਲਣਾ, ਬੇਬੇ ਮੇਰੀ ਨੇ ਇਹੋ ਕਿਹਾ ਸੀ, ਬਹੁਤਾ ਨਹੀਂ ਬੋਲਣਾ। ਤਦ ਕੁੜੀਆਂ ਨੂੰ ਇਹ ਸੁਣ ਕੇ ਆਪਣਾ ਭੁਲੇਖਾ ਦੂਰ ਕਰਨਾ ਪੈਂਦਾ ਕਿ ਲਾੜਾ ਨਾ ਗੂੰਗਾ ਹੈ ਨਾ ਭੋਲਾ ਹੈ, ਸਗੋਂ ਸਾਊ ਸੁਭਾਅ ਦਾ ਮਾਲਕ ਹੈ ਤੇ ਮਾਂ ਦਾ ਸਵਰਨ ਪੁੱਤਰ ਤੇ ਆਗਿਆਕਾਰ ਹੈ।
ਉਹ ਸਭ ਕੁਝ ਜਾਣਦਾ ਹੋਣ ਕਰਕੇ ਵੀ ਆਪਣੇ ਆਪ ਉੱਤੇ ਕਾਬੂ ਰੱਖਦਾ ਅਤੇ ਸਾਲੀਆਂ ਦੇ ਘੇਰੇ ਵਿੱਚ ਹੋਣ ਕਰਕੇ ਵੀ ਭਟਕਦਾ ਨਹੀਂ। ਪਰ ਜ਼ਿਆਦਾਤਰ ਲਾੜੇ ਆਪਣੇ ਦਿਲ ਨੂੰ ਕਰਾਰਾ ਕਰਨ ਵਾਸਤੇ ਚਾਹੁੰਦੇ ਛੰਦ ਸੁਣਾ ਕੇ ਸਾਲੀਆਂ ਦੀ ਰੂਹ ਨੂੰ ਵੀ ਖੁਸ਼ ਕਰ ਜਾਂਦੇ ਹਨ। ਉਹੋ ਜਿਹੇ ਛੰਦ ਮੇਰੀ ਕਲਮ ਲਿਖਣ ਵਾਸਤੇ ਮਨ ਨਹੀਂ ਰਹੇ ਨੇ। ਇਹ ਐਸੀਆਂ ਰਸਮਾਂ ਹੁੰਦੀਆਂ ਹਨ ਜਿਨ੍ਹਾਂ ਤੋਂ ਬਗੈਰ ਖੁਸ਼ੀ ਦਾ ਵੇਲਾ ਅਧੂਰਾ ਲੱਗਣ ਲੱਗ ਜਾਂਦਾ ਸੀ ਅਤੇ ਇਹੀ ਰਸਮਾਂ ਪੰਜਾਬੀ ਸੱਭਿਆਚਾਰ ਦਾ ਕੀਮਤੀ ਸ਼ਿੰਗਾਰ ਬਣ ਕੇ ਇਸ ਨੂੰ ਅਮੀਰ ਵਿਰਸਾ ਬਣਾ ਦਿੰਦੀਆਂ ਨੇ। ਜ਼ਿੰਦਗੀ ਜੀਣਾ ਮਿਲਣਾ ਤੇ ਵਿਛੜਨਾ ਨੂੰ ਕਹਿੰਦੇ ਹਨ ਲਾੜੀ ਨੂੰ ਤੋਰਨਾ। ਧੀ ਮੁਟਿਆਰ ਹੁਣ ਤੱਕ ਆਪਣੇ ਮਾਪਿਆਂ ਦੀ ਧੀ ਘਰ ਦੀ ਮੈਂਬਰ ਵੀ ਹੁੰਦੀ ਹੈ, ਪਰ ਵਿਆਹ ਹੋ ਜਾਣ ਤੋਂ ਮਗਰੋਂ ਉਹ ਸਹੁਰੇ ਘਰ ਦੀ ਨੂੰਹ ਤੇ ਮੈਂਬਰ ਅਤੇ ਮਾਪਿਆਂ ਵਾਸਤੇ ਉਹੀ ਸੁੱਖਾਂ ਨਾਲ ਪਾਲੀ ਹੋਈ ਧੀ ਵਿਆਹ ਹੁੰਦਿਆਂ ਹੀ ਪ੍ਰਾਹੁਣੀ ਬਣ ਜਾਂਦੀ ਹੈ, ਜਿਸ ਦੀ ਜ਼ਿੰਦਗੀ ਉੱਤੇ ਅੱਜ ਤੋਂ ਕਬਜ਼ਾ ਸਹੁਰੇ ਘਰ ਦਾ ਹੋ ਜਾਂਦਾ ਹੈ। ਇਹ ਇਵੇਂ ਹੁੰਦਾ ਹੈ ਜਿਵੇਂ ਫੁੱਲ ਖਿੜਨ ਤੋਂ ਪਹਿਲੋਂ ਬੂਟਾ ਪੁੱਟ ਕੇ ਨਵੇਂ ਥਾਂ ਲਗਾਉਣਾ ਹੁੰਦਾ ਹੈ। ਉਸ ਬੂਟੇ ਨੂੰ ਪੁੱਟ ਹੋ ਜਾਣ ਬਾਰੇ ਪਤਾ ਹੁੰਦਿਆਂ ਵੀ ਚੁੱਪ ਰਹਿੰਦਾ ਅਤੇ ਇਹ ਪੁੱਟ ਹੋਏ ਤੋਂ ਥੋੜ੍ਹਾ ਕਮਲਾਉਂਦਾ ਜ਼ਰੂਰ ਹੈ, ਪਰ ਜੇ ਉਸ ਨੂੰ ਸਹੁਰੇ ਘਰ ਜਾ ਕੇ ਲੋੜੀਂਦਾ ਪਿਆਰ ਮਿਲ ਜਾਵੇ ਤਾਂ ਉਸ ਦੇ ਪੱਤੇ ਕਮਲਾਉਣਾ ਛੱਡ ਕੇ ਪਹਿਲੋਂ ਵਰਗੇ ਹੀ ਖਿੜੇ ਫੁੱਲ ਵਰਗੇ ਹੋ ਜਾਂਦੇ ਨੇ। ਧੀ ਵਿਆਹੁਣ ਤੇ ਤੋਰਨ ਦੀ ਐਸੀ ਰਸਮ ਹੁੰਦੀ ਹੈ ਜਿਸ ਨੂੰ ਰਾਜੇ ਮਹਾਰਾਜੇ ਵੀ ਕਰਦੇ ਰਹੇ ਨੇ। ਉਸ ਵੇਲੇ ਲਾੜੀ ਨੂੰ ਪਹਿਲਾ ਮਾਹੌਲ ਤਿਆਗ ਕੇ ਨਵੇਂ ਮਾਹੌਲ ਵਿੱਚ ਜੁੜਨ ਵਾਸਤੇ ਨਵਾਂ ਮੌਕਾ ਤੇ ਸਮਝੌਤਾ ਕਰਨਾ ਪੈਂਦਾ ਹੈ ਅਤੇ ਪ੍ਰੀਖਿਆ ਵਾਸਤੇ ਸਫਲ ਵੀ ਹੋਣਾ ਪੈਂਦਾ ਹੈ। ਇਹ ਰਸਮ ਚਾਅ ਮਲਾਰ, ਫਿਕਰ ਝੋਰੇ, ਹਾਸਿਆਂ ਹੰਝੂਆਂ, ਮਿਲਾਪ ਵਿਛੋੜਾ ਅਤੇ ਸੰਯੋਗ ਵਿਯੋਗ ਦੀ ਆਹੂਤੀ ਨਾਲ ਹੀ ਸੰਪੂਰਨ ਹੁੰਦੀ ਆ ਰਹੀ ਹੈ। ਇਸ ਕਰਕੇ ਕੋਈ ਡੋਲੀ ਤੋਰਦਾ ਹੈ, ਕੋਈ ਲੈ ਜਾਂਦਾ ਹੈ, ਕਿਧਰੇ ਮਿਲਾਪ ਦੀਆਂ ਵਧਾਈਆਂ, ਕਿਧਰੇ ਵਿਛੋੜੇ ਦੇ ਦਰਦ ਦੀਆਂ ਚੀਸਾਂ ਰਸਮਾਂ ਵੀ ਮਹਿਸੂਸ ਕੀਤੀਆਂ ਜਾਂਦੀਆਂ ਹਨ। ਇਸੇ ਕਰਕੇ ਧੀ ਵਿਛੜਨ ਵੇਲੇ ਬਾਪੂ ਨੂੰ ਕਹਿੰਦੀ ਹੈ, ਬਾਪੂ ਤੇਰੇ ਮਹਿਲਾਂ ਵਿੱਚੋਂ ਸੱਤ ਰੰਗਿਆ ਕਬੂਤਰ ਬੋਲੇ, ਅਤੇ ਮਾਵਾਂ ਧੀਆਂ ਵਿਛੜਨ ਲੱਗੀਆਂ ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹਿੱਲੀਆਂ। ਵਿਆਹ ਹੋਣ ਤੋਂ ਮਗਰੋਂ ਕੁੜੀ ਨੂੰ ਮਾਪਿਆਂ ਤੋਂ ਵਿਛੜਨ ਵਾਲੇ ਵੇਲੇ ਬਾਰੇ ਪੰਜਾਬੀ ਸੱਭਿਆਚਾਰ ਵਿੱਚ ਕਈ ਰੰਗਾਂ ਨਾਲ ਦਰਸਾਇਆ ਗਿਆ, ਜਿਵੇਂ ਇੱਧਰ ਵੀ ਕਣਕਾਂ ਉੱਧਰ ਕਣਕਾਂ, ਵਿੱਚ ਕਣਕਾਂ ਦੇ ਬੂਰ ਪਿਆ, ਮੁਟਿਆਰੇ ਜਾਣਾ ਦੂਰ ਪਿਆ। ਅਤੇ ਹੋਰ ਦੇਖੋ, ਸਹੁਰਿਆਂ ਦੇ ਘਰ ਪੱਕਣ ਪਰੌਂਠੇ, ਪੇਕਿਆਂ ਦੇ ਘਰ ਸੱਖਣਾ ਤੰਦੂਰ ਪਿਆ, ਮੁਟਿਆਰੇ ਜਾਣਾ ਦੂਰ ਪਿਆ। ਪੁਰਾਣੇ ਸਮੇਂ ਲਾੜੀ ਡੋਲੇ ਵਿੱਚ ਬੈਠ ਕੇ ਸਹੁਰਾ ਕਰ ਜਾਂਦੀ ਹੁੰਦੀ ਸੀ ਤਾਂ ਧੀ ਨੂੰ ਤੋਰਨ ਵੇਲੇ ਪਿਤਾ ਭਾਵੁਕ ਹੋ ਕੇ ਧੀ ਦੇ ਸਿਰ ਉੱਤੇ ਹੱਥ ਰੱਖ ਕੇ ਇਹ ਅਸੀਸ ਦਿੰਦਾ ਹੁੰਦਾ ਸੀ, ਬਾਬਲ ਕੀ ਦੁਆएं लेती जा, जा तुझको सुखी संसार मिले, पल भर भी मैं ना याद आऊं, ससुराल में इतना प्यार मिले। ਉਸ ਵੇਲੇ ਜੇ ਲਾੜਾ ਘੋੜੀ ਦੀ ਕਾਠੀ ਉੱਪਰ ਬੈਠ ਕੇ ਰਾਜੇ ਦਾ ਬੇਟਾ ਯੁਵਰਾਜ ਲੱਗਦਾ ਹੁੰਦਾ ਸੀ ਤਾਂ ਲਾੜੀ ਵੀ ਡੋਲੇ ਵਿੱਚ ਬੈਠੀ ਰਾਣੀ ਹੀ ਲੱਗਦੀ ਸੀ। ਡੋਲੇ ਨੂੰ ਚਾਰ ਜਾਂ ਵੱਧ ਘੱਟ ਗਿਣਤੀ 'ਚ ਕੁਹਾਰ ਆਪਣੇ ਮੋਢਿਆਂ ਉੱਤੇ ਸਤਿਕਾਰ ਨਾਲ ਚੁੱਕਦੇ ਸਨ। ਲਾੜੀ ਦੇ ਨਾਲ ਉਸਦਾ ਇੱਕ ਭਾਈ ਤੇ ਨੈਣ, ਜਿਸ ਨੂੰ ਵੀ ਰਾਣੀ ਕਿਹਾ ਜਾਂਦਾ ਸੀ, ਨਾਲ ਹੀ ਜਾਂਦੇ ਤੇ ਨਾਲ ਹੀ ਅਗਲੇ ਦਿਨ ਵਾਪਸ ਆ ਜਾਂਦੇ ਹੁੰਦੇ ਸਨ। ਉਸ ਵੇਲੇ ਮਕਲਾਵਾ ਨਾਲ ਦਾ ਘੱਟ ਹੀ ਹੁੰਦਾ ਸੀ, ਸਗੋਂ ਤੀਸਰੇ, ਪੰਜਵੇਂ, ਸੱਤਵੇਂ ਜਾਂ ਨੌਵੇਂ ਸਾਲ ਮਗਰੋਂ ਹੁੰਦਾ ਸੀ। ਉਸ ਵੇਲੇ ਵੀ ਕੁੜੀ ਮਕਲਾਵੇ ਡੋਲੇ ਰਾਹੀਂ ਹੀ ਜਾਂਦੀ ਹੁੰਦੀ ਸੀ। ਡੋਲੇ ਦਾ ਇਤਿਹਾਸ। ਡੋਲਾ ਕਹਿ ਲਵੋ ਜਾਂ ਡੋਲੀ, ਇਸ ਦਾ ਇਤਿਹਾਸ ਬਹੁਤ ਪੁਰਾਣਾ ਹੈ। ਡੋਲੇ ਦੀ ਪਹਿਲੀ ਸ਼ਕਲ ਇੱਕ ਪੀੜੇ ਵਰਗੀ ਹੁੰਦੀ ਸੀ। 1940 ਤੋਂ 1945 ਈਸਵੀ ਵੇਲੇ ਉਸ ਉੱਤੇ ਲਪੇਟਣ ਵਾਲੀ ਫੁਲਕਾਰੀ ਜਾਂ ਲਾਲ ਕੱਪੜੇ ਦਾ ਭਾਰ ਚੁੱਕਣ ਵਾਸਤੇ ਲੋਹੇ ਦੀਆਂ ਪੱਤੀਆਂ ਜੋ ਗਲਾਈ ਵਿੱਚ ਮੋੜ ਕੇ ਜੜੀਆਂ ਹੋਈਆਂ ਹੁੰਦੀਆਂ ਸਨ, ਉਸ ਉੱਤੇ ਬਹੁਤ ਹੀ ਸਜਾ ਸੰਵਾਰ ਕੇ ਫੁਲਕਾਰੀ ਜਾਂ ਲਾਲ ਕੱਪੜਾ ਲਪੇਟਿਆ ਹੁੰਦਾ ਸੀ। ਲੜਕੀ ਨੂੰ ਫੁਲਕਾਰੀ ਦੇ ਅੰਦਰ ਪੀੜੇ ਉੱਤੇ ਬਿਠਾ ਕੇ ਫੁਲਕਾਰੀ ਨਾਲ ਚੰਗੀ ਤਰ੍ਹਾਂ ਢੱਕ ਕੇ ਕੁਹਾਰ ਡੋਲੇ ਨਾਲ ਬੰਨੇ ਹੋਏ ਦੋ ਲੰਬੇ ਬਾਂਸਾਂ ਨੂੰ ਉੱਪਰ ਚੁੱਕ ਕੇ ਮੋਢਿਆਂ ਉੱਪਰ ਰੱਖ ਕੇ ਤੁਰ ਪੈਂਦੇ ਸਨ ਅਤੇ ਸਤਿਕਾਰ ਨਾਲ ਹੀ ਹੇਠਾਂ ਰੱਖਦੇ ਹੁੰਦੇ ਸਨ। ਉਸ ਤੋਂ ਮਗਰੋਂ ਡੋਲੇ ਦੇ ਕਈ ਰੂਪ ਬਦਲਦੇ ਰਹੇ। 1950 ਤੋਂ 55 ਈਸਵੀ ਵੇਲੇ ਲੱਕੜੀ ਦੇ ਬਣੇ ਛੋਟੇ ਪਹੀਆਂ ਵਾਲੀਆਂ ਛੋਟੀਆਂ ਗੱਡੀਆਂ ਹੋਂਦ ਵਿੱਚ ਆ ਗਈਆਂ ਸਨ, ਜਿਸ ਉੱਤੇ ਡੋਲੇ ਵਾਲੀ ਸ਼ਕਲ ਵਰਗਾ ਪੀੜਾ ਵੀ ਫਿੱਟ ਕੀਤਾ ਹੁੰਦਾ ਸੀ। ਉਸ ਤੋਂ ਮਗਰੋਂ ਵੀ ਡੋਲੇ ਦੇ ਕਈ ਰੂਪ ਬਦਲੇ। ਹੁਣ ਵਾਲੇ ਮੌਜੂਦਾ ਰੂਪ, ਜਿਵੇਂ ਬਹੁਤ ਹੀ ਸੁੰਦਰ ਅਤੇ ਅਨੇਕ ਰੰਗਾਂ ਦੇ ਫੁੱਲਾਂ ਨਾਲ ਵੱਡੀਆਂ ਸਜੀਆਂ ਧਜੀਆਂ ਗੱਡੀਆਂ, ਕੀਮਤੀ ਕਾਰਾਂ ਨੇ ਆ ਕੇ ਸਭ ਕੁਝ ਹੀ ਬਦਲ ਕੇ ਰੱਖ ਦਿੱਤਾ ਹੈ। ਲੱਕੜੀ ਦੀਆਂ ਛੋਟੀਆਂ ਗੱਡੀਆਂ ਦੇ ਹੋਂਦ ਵਿੱਚ ਆਏ ਤੋਂ ਮਗਰੋਂ ਇੱਕ ਗੀਤ ਪੰਜਾਬੀ ਸੱਭਿਆਚਾਰ ਵਿੱਚ ਵੀ ਆ ਗਿਆ ਸੀ, ਜਿਵੇਂ ਗੱਡੀ ਚੜ੍ਹਦੀ ਨੇ ਪਿੰਜਣੀ ਤੋੜੀ, ਚਾਅ ਮਕਲਾਵੇ ਦਾ। ਗੀਤ ਲਿਖਣ ਵਾਲੇ ਆਪਣੇ ਮਨ ਵਿੱਚ ਆਏ ਖਿਆਲ ਨੂੰ ਗੀਤ ਬਣਾ ਕੇ ਲਿਖ ਦਿੰਦੇ ਅਤੇ ਗਾਉਣ ਵਾਲੇ ਉਸ ਨੂੰ ਗਾ ਕੇ ਪੰਜਾਬੀ ਸੱਭਿਆਚਾਰ ਦਾ ਹਿੱਸਾ ਬਣਾ ਦਿੰਦੇ। ਮੌਤ ਅਚਿੰਤੇ ਬਾਝ ਪੈ ਗਏ।
ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਜ਼ਿੰਦਗੀ ਦੇ ਹੀ ਕਈ ਰੰਗਾਂ ਵਾਲੇ ਰੰਗ ਦੇਖਣੇ ਪੈ ਜਾਂਦੇ ਨੇ। ਇਹ ਰੰਗ ਮਨੁੱਖ ਨੂੰ ਆਪਣੀ ਉਮਰ ਦੇ ਵਿੱਚ ਆਪਣੇ ਪਰਿਵਾਰਾਂ ਬਾਰੇ ਜਾਂ ਆਪਣੇ ਨੇੜਲਿਆਂ ਰਿਸ਼ਤਿਆਂ ਨਾਲ ਹੀ ਸੰਬੰਧਿਤ ਹੁੰਦੇ ਹਨ, ਦੇਖਣੇ ਪੈਂਦੇ ਹਨ। ਇਸੇ ਤਰ੍ਹਾਂ ਹੀ ਪੰਜਾਬੀ ਸੱਭਿਆਚਾਰ, ਜੋ ਬਹੁਤ ਹੀ ਰੰਗਾਂ ਵਾਲਾ ਬਣਿਆ ਹੋਇਆ ਹੈ, ਹਜ਼ਾਰਾਂ ਸਾਲਾਂ ਤੋਂ ਬਦਲ ਕੇ ਮਨੁੱਖੀ ਜ਼ਿੰਦਗੀ ਦੇ ਨਾਲ ਹੀ ਚੱਲਦਾ ਆ ਰਿਹਾ ਹੈ। ਇਸ ਸੱਭਿਆਚਾਰ ਦੇ ਰੰਗ ਮਨੁੱਖੀ ਜ਼ਿੰਦਗੀ ਦੇ ਪਹਿਲੋਂ ਬਣੇ ਰੰਗਾਂ ਤੋਂ ਮਗਰੋਂ ਹੋਰ ਅਨੇਕਾਂ ਰੰਗ ਬਣੇ ਹੋਣਗੇ। ਕੋਈ ਵੀ ਮਨੁੱਖ ਆਪਣੀ ਹੀ ਮਰਜ਼ੀ ਨਾਲ ਛੋਟੀ ਜਾਂ ਲੰਬੀ ਜ਼ਿੰਦਗੀ ਨਹੀਂ ਜੀ ਸਕਦਾ, ਜਿਸ ਕਰਕੇ ਕਈ ਅਚਿੰਤੇ ਹੀ ਬਾਜ਼ ਪੈ ਜਾਣ ਕਰਕੇ ਉਸ ਨੂੰ ਅਚਾਨਕ ਆਪਣਾ ਸਰੀਰ ਛੱਡ ਕੇ ਜਾਣਾ ਪੈਂਦਾ ਹੈ, ਜਿਸ ਨੂੰ ਮੌਤ ਦਾ ਨਾਂ ਦਿੱਤਾ ਗਿਆ ਹੈ। ਜਦੋਂ ਕਿਸੇ ਮਾਲਾ ਦਾ ਇੱਕ ਮਣਕਾ ਟੁੱਟ ਜਾਂਦਾ ਹੈ, ਤਦ ਉਸ 'ਤੇ ਟੁੱਟਣ ਦਾ ਮਾੜਾ ਅਸਰ ਉਹ ਥਾਂ ਖਾਲੀ ਹੋ ਜਾਣ ਕਰਕੇ ਬਾਕੀ ਮਾਲਾ ਉੱਤੇ ਹੀ ਹੁੰਦਾ ਹੈ। ਉਸ ਦੇ ਖਿਲਾਫ ਵਾਲੇ ਮਾੜੇ ਅਸਰ ਨੂੰ ਅਫਸੋਸ, ਵੈਨ, ਕੀਰਨੇ ਜਾਂ ਅਲੋਹਨੀਆਂ ਕਿਹਾ ਜਾਂਦਾ ਹੈ। ਮੌਤ ਦਾ ਮੌਕਾ ਮਨੁੱਖੀ ਜ਼ਿੰਦਗੀ ਵਿੱਚ ਇੱਕੋ ਇੱਕ ਅਤੇ ਆਖਰੀ ਹੀ ਹੁੰਦਾ ਹੈ। ਅਲੋਹਨੀ, ਕੀਰਨੇ ਅਤੇ ਵੈਨ। ਅਲੋਹਨੀ ਸ਼ਬਦ ਤੋਂ ਭਾਵ ਹੈ ਸ਼ਲਾਘਾ ਜਾਂ ਉਸਤਤ ਕਰਨੀ। ਜਦੋਂ ਕਿਸੇ ਪੁਰਾਣੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਤਦ ਉਸਦੇ ਸਦੀਵੀ ਵਿਛੋੜੇ ਦੇ ਜਾਣ 'ਤੇ ਇਸਤਰੀਆਂ ਦੁਆਰਾ ਉਸਦੇ ਗੁਣ ਕ੍ਰਮ ਦੇ ਦੱਸਣ ਵਾਲੇ ਜਿਹੜੇ ਸੋਗ ਵਿੱਚ ਆ ਕੇ ਕਰੁਣਾਮਈ ਅਤੇ ਸੋਗਮਈ ਬੋਲ ਯਾਨੀ ਸ਼ਬਦ ਗੀਤ ਵਾਂਗੂ ਗਾਏ ਜਾਂ ਅਲਾਪੇ ਜਾਂਦੇ ਹਨ, ਉਸ ਨੂੰ ਹੀ ਅਲੋਹਨੀਆਂ ਕਿਹਾ ਜਾਂਦਾ ਹੈ। ਅਲੋਹਨੀਆਂ ਕੇਵਲ ਸ਼ੈਲੀ ਦੀਆਂ ਧਾਰਨੀ ਹੁੰਦੀਆਂ ਹਨ। ਇਹਨਾਂ ਨੂੰ ਹੀ ਵੱਖ-ਵੱਖ ਉਪਭਾਸ਼ਾਵਾਂ ਵਿੱਚ ਵੈਨ, ਕੀਰਨੇ ਆਦਿ ਸ਼ਬਦਾਂ ਨਾਲ ਵੀ ਪੁਕਾਰਿਆ ਜਾਂਦਾ ਹੈ। ਇਹ ਸੰਵੇਦਨਸ਼ੀਲ ਲਿਖਤ ਲਿਖਣ ਵਾਸਤੇ ਪ੍ਰੋਫੈਸਰ ਰਛਪਾਲ ਸਿੰਘ ਉੱਪਲ, ਡਾਕਟਰ ਜਸਬੀਰ ਸਿੰਘ ਸਰਨਾ, ਡਾਕਟਰ ਸੁਰਿੰਦਰ ਗਿੱਲ ਤੇ ਰਮਨਦੀਪ ਕੌਰ ਢਿੱਲੋਂ ਵਰਗੇ ਵਿਦਵਾਨਾਂ ਦੀਆਂ ਹਵਾਲਾ ਲਿਖਤਾਂ ਤੋਂ ਸਹਾਰਾ ਲਿਆ ਗਿਆ ਹੈ। ਉਹਨਾਂ ਨੇ ਵੀ ਡਾਕਟਰ ਨਾਰ ਸਿੰਘ, ਡਾਕਟਰ ਰਤਨ ਸਿੰਘ ਜੱਗੀ, ਪ੍ਰੋਫੈਸਰ ਸਾਹਿਬ ਸਿੰਘ, ਸ਼੍ਰੀ ਦਵਿੰਦਰ ਸਤਿਆਰਥੀ ਤੇ ਸਰਦਾਰ ਮਹਿੰਦਰ ਸਿੰਘ ਰੰਧਾਵਾ ਵਰਗੇ ਮਹਾਨ ਵਿਦਵਾਨਾਂ ਦੇ ਹਵਾਲੇ ਨਾਲ ਹੀ ਲਿਖਿਆ ਹੈ। ਉਹ ਲਿਖਦੇ ਹਨ ਕਿ ਔਰਤਾਂ ਵੱਲੋਂ ਸਮੂਹਿਕ ਤੌਰ 'ਤੇ ਅਲਾਪੇ ਹੋਏ ਸੋਗ ਦੇ ਗੀਤ ਅਲੋਹਨੀਆਂ, ਸਿਆਪਾ ਅਤੇ ਕੀਰਨੇ ਅਖਵਾਉਂਦੇ ਹਨ, ਪਰ ਇਕੱਲੀ ਔਰਤ ਵੱਲੋਂ ਸੋਗ ਵਾਲਾ ਗਾਇਆ ਹੋਇਆ ਗੀਤ ਵੈਨ ਅਖਵਾਉਂਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਅੰਕ 578 ਤੇ ਅਲੋਹਨੀਆਂ ਸਰਲੇਖ ਹੇਠ 9 ਸ਼ਬਦ ਅੰਕਿਤ ਨੇ, ਜਿਨ੍ਹਾਂ ਵਿੱਚ ਗੁਰੂ ਨਾਨਕ ਦੇਵ ਜੀ ਦੇ 5 ਤੇ ਗੁਰੂ ਅਮਰਦਾਸ ਜੀ ਦੇ 4 ਸ਼ਬਦ ਨੇ। ਗੁਰੂ ਜੀ ਨੇ ਵੱਡ ਹੰਸ ਰਾਗ ਵਿੱਚ ਅਲੋਹਨੀਆਂ ਰਾਹੀਂ ਜਿੱਥੇ ਮੌਤ ਨੂੰ ਅਟਲ ਸੱਚਾਈ ਦਾ ਧੁਰਾ ਮੰਨਿਆ ਹੈ, ਉੱਥੇ ਜਗਿਆਸੂ ਨੂੰ ਜ਼ਿੰਦਗੀ ਵਿੱਚ ਚੰਗੇ ਕਰਮ ਕਰਨ ਦੀ ਤਾਕੀਦ ਕੀਤੀ ਹੈ। ਮੌਤ ਜੋ ਬਾਜ਼ ਵਾਂਗੂ ਸਾਦਕ ਤੇ ਚਪਕਦੀ ਹੈ, ਮੌਤ ਜੋ ਬਾਜ਼ ਵਾਂਗੂ ਸਾਦਕ ਤੇ ਚਪਟਦੀ ਹੈ, ਨੂੰ ਪ੍ਰਤੱਖ ਦ੍ਰਿਸ਼ਮਾਨ ਜਾਣ ਕੇ ਪਰਮ ਸੱਤ ਨੂੰ ਸਿਮਰਨ ਸਿੱਖਿਆਦਾਇਕ ਪ੍ਰੇਰਨਾ ਦਿੱਤੀ ਹੈ ਤੇ ਸੰਸਾਰ ਨੂੰ ਫਾਨੀ ਸਮਝ ਕੇ ਅਕਾਲ ਪੁਰਖ ਦੇ ਹੁਕਮ ਤੇ ਰਜ਼ਾ ਵਿੱਚ ਰਹਿ ਕੇ ਭਾਣਾ ਮੰਨਣਾ ਅਤੇ ਆਤਮਿਕ ਸ਼ਾਂਤੀ ਦਾ ਸਿਖਰ ਪ੍ਰਸਤੁਤ ਕੀਤਾ ਹੈ। ਜਿਵੇਂ ਤਨ ਸਿਰੰਦਾ ਸੱਚਾ ਬਾਦਸ਼ਾਹ, ਜਿਨ ਜੁਗੋ ਧੰਦੇ ਲਾਇਆ, ਨਾਨਕ ਰੋਨਾ ਬਾਬਾ ਜਾਣੀਐ, ਜੋ ਰੋਵੈ ਜਾਏ ਪਿਆਰਾ। ਗੁਰੂ ਸਾਹਿਬ ਨੇ ਪ੍ਰਾਣੀ ਦੇ ਗੁਰਪੁਰੀ ਸਧਾਰਨ ਕਾਰਨ ਸੰਸਾਰਕ ਸੁੱਖਾਂ ਦੇ ਅਲੋਪ ਹੋਣ ਕਰਕੇ ਇਸਤਰੀਆਂ ਤੇ ਸਾਕ ਸੰਬੰਧੀਆਂ ਦੇ ਵਿਰਲਾਪ ਤੇ ਰੋਣੇ ਪਿੱਟਣੇ ਨੂੰ ਕੂੜ ਨਾਲ ਤੁਲਨਾ ਕੀਤੀ ਹੈ। ਅਲੋਹਨੀਆਂ ਦੀ ਸ਼ੈਲੀ ਵਿਵਰਣਾਤਮਕ ਹੋਣ ਕਾਰਨ ਗੁਰੂ ਸਾਹਿਬ ਨੇ ਇਸ ਦੇ ਸਰੂਪ ਨੂੰ ਨਿਸ਼ਚਿਤ ਕਰ ਦਿੱਤਾ ਹੈ। ਅਲੰਕਾਰ ਤੇ ਪ੍ਰਤੀਕਾਂ ਰਾਹੀਂ ਬਾਣੀ ਦੇ ਨਵੇਂ ਸਮਾਸ ਹੀ ਨਹੀਂ ਬਣਾਏ, ਸਗੋਂ ਸੋਝ ਨੂੰ ਨਿਸ਼ਠਾਪੂਰਨ ਬਣਾ ਦਿੱਤਾ ਹੈ। ਭਾਸ਼ਾ ਮੁੱਖ ਰੂਪ ਵਿੱਚ ਪੰਜਾਬੀ ਹੈ, ਜੋ ਸਾਧ ਭਾਖਾ ਦੇ ਅੰਤਰਗਤ ਲਹਿੰਦੀ ਦੇ ਅੰਸ਼ਾਂ ਨਾਲ ਓਤ-ਪੋਤ ਹੈ। ਇਸ ਬਾਣੀ ਵਿੱਚ ਸੰਗੀਤਾਤਮਕ ਤੇ ਲਿਆਤਮਕ ਗੁਣਾਂ ਦੇ ਸੌਂਦਰਿਆਂ ਨੂੰ ਉਭਾਰ ਕੇ ਪ੍ਰਭਾਵਸ਼ਾਲੀ ਚਿੱਤਰਪਟ ਸਿਰਜਿਆ ਗਿਆ ਹੈ। ਅਲੋਹਨੀਆਂ ਸੋਗ ਵਿੱਚ ਗਾਏ ਗੀਤਾਂ ਦੀ ਐਸੀ ਵੰਨਗੀ ਹੁੰਦੀਆਂ ਹਨ, ਜਿਸ ਨਾਲ ਪੀੜਿਤ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਉਹਨਾਂ ਦੇ ਦਿਲ ਨੂੰ ਸੋਗ ਵਿੱਚੋਂ ਕੱਢਣ ਦਾ ਉਪਰਾਲਾ ਹੀ ਹੁੰਦਾ ਹੈ। ਅਲੋਹਨੀਆਂ ਵੱਖ-ਵੱਖ ਉਮਰਾਂ, ਜਿਵੇਂ ਬੱਚਿਆਂ, ਗੱਭਰੂਆਂ, ਅੱਧ-ਘੜ ਉਮਰ ਤੇ ਲੰਮੀ ਉਮਰ ਭੋਗ ਚੁੱਕਿਆਂ ਵਾਸਤੇ ਵੱਖ-ਵੱਖ ਸ਼ਬਦਾਂ ਵਾਲੀਆਂ ਹੁੰਦੀਆਂ ਹਨ। ਇਸ ਵਿੱਚ ਵਿਛੋੜਾ ਦੇ ਚੁੱਕੇ ਪ੍ਰਾਣੀ ਦੀ ਹਰਮਨ ਪਿਆਰਤਾ ਤੇ ਲੋੜ ਬਾਰੇ ਵੀ ਸ਼ਬਦ ਸ਼ਾਮਲ ਹੁੰਦੇ ਹਨ ਤੇ ਉਸ ਦੇ ਰਿਸ਼ਤੇ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਤੇ ਰਿਸ਼ਤਿਆਂ ਦੀ ਵਿਥਿਆ ਕੀਰਨਿਆਂ ਤੇ ਅਲੋਹਨੀਆਂ ਰਾਹੀਂ ਹੀ ਪੇਸ਼ ਕੀਤੀ ਜਾਂਦੀ ਹੈ। ਮਨੁੱਖੀ ਰਿਸ਼ਤਿਆਂ ਦੇ ਕਈ ਦੁੱਖ ਹੁੰਦੇ ਹਨ, ਪਰ ਵਿਭਿੰਨ ਰਿਸ਼ਤਿਆਂ ਨੂੰ ਜੋੜਨ ਵਾਲਾ ਬੁਨਿਆਦੀ ਰਿਸ਼ਤਾ ਪਤੀ ਪਤਨੀ ਦਾ ਹੁੰਦਾ ਹੈ। ਇਸ ਤੋਂ ਅੱਗੇ ਜਾ ਕੇ ਹੀ ਪਰਿਵਾਰਕ ਜੀਵਨ ਸ਼ੁਰੂ ਹੁੰਦਾ ਹੈ ਤੇ ਮਗਰੋਂ ਕਈ ਹੋਰ ਰਿਸ਼ਤੇ ਬਣਦੇ ਹਨ। ਅਲੋਹਨੀਆਂ ਤੇ ਕੀਰਨਿਆਂ ਨੂੰ ਇੰਨੀ ਦਰਦਮਈ ਵੇਦਨਾ ਰਾਹੀਂ ਗਾਇਆ ਜਾਂਦਾ ਸੀ, ਜਿਵੇਂ ਸਾਰੀ ਕਾਇਨਾਤ ਹੀ ਇਸ ਦੁੱਖ ਦੇ ਸਮੇਂ ਸ਼ਾਮਲ ਹੋ ਗਈ ਲੱਗਦੀ ਹੁੰਦੀ ਸੀ। ਲੇਖਕ ਦੀ ਇਸ ਵੇਲੇ ਉਮਰ 90 ਸਾਲ ਹੋ ਚੁੱਕੀ ਹੈ।
ਮੈਂ ਆਪਣੇ ਬਚਪਨ ਵੇਲੇ ਦੇਖੀਆਂ ਸੋਗ ਦੀਆਂ ਰਸਮਾਂ, ਜਿਵੇਂ 1935 ਤੋਂ 45 ਤੇ ਉਸ ਤੋਂ ਬਾਅਦ 1950 ਈਸਵੀ ਤੱਕ ਦੇਖੀਆਂ, ਤੇ ਸੋਚ ਦੇ ਅੰਦਰ ਹੁਣ ਵੀ ਯਾਦ ਨੇ, ਨੂੰ ਪਾਠਕਾਂ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ। ਉਸ ਵੇਲੇ ਦੇ ਹਾਲਾਤ ਹੁਣ ਵਾਂਗੂ ਨਾ ਅਨੁਕੂਲ ਸੀ। ਦੂਰ ਦੇ ਪਿੰਡਾਂ ਵਾਲੇ ਰਿਸ਼ਤਿਆਂ ਵਿੱਚ ਹੋ ਗਈ ਮੌਤ ਉੱਪਰ ਜਾਣ ਵਾਸਤੇ ਕੋਈ ਵੀ ਸਾਧਨ ਨਾ ਹੁੰਦਾ ਹੋਣ ਕਰਕੇ ਜ਼ਿਆਦਾਤਰ ਪੈਦਲ ਤੁਰ ਕੇ ਹੀ ਬਜ਼ੁਰਗ ਮਰਦਾਂ ਤੇ ਔਰਤਾਂ ਨੂੰ ਜਾਂਦੇ ਦੇਖਦਾ ਹੁੰਦਾ ਸੀ। ਉਹਨਾਂ ਦੇ ਕੱਪੜੇ ਲਗਭਗ ਸਾਦਾ ਖੱਦਰ ਦੇ, ਤੇੜ ਮਰਦਾਂ ਦੇ ਤੇੜ ਧੋਤੀਆਂ ਚਾਦਰਾਂ ਤੇ ਔਰਤਾਂ ਦੇ ਸਿਰ ਤੇ ਚਿੱਟੀਆਂ ਚੁੰਨੀਆਂ ਤੇ ਤੇੜ ਸਲਵਾਰ ਤੇ ਉੱਪਰ ਘੱਗਰਾ ਪਾਇਆ ਹੁੰਦਾ ਸੀ ਤੇ ਕੁੰਡ ਕੱਢਿਆ ਹੋਇਆ ਹੁੰਦਾ ਸੀ, ਤੇ ਸਭ ਦੇ ਪੈਰੀਂ ਚਮੜੇ ਧੌੜੀ ਦੀ ਜੁੱਤੀ ਸਾਰਿਆਂ ਦੇ ਪਾਈ ਹੁੰਦੀ ਸੀ। ਔਰਤਾਂ ਪਿੰਡੋਂ ਅੱਧਾ ਕੁ ਮੀਲ ਤੁਰ ਕੇ ਘੱਗਰੇ ਉਤਾਰ ਕੇ ਉਹਨਾਂ ਨੂੰ ਥੋੜ੍ਹਾ ਵੱਟ ਦੇ ਕੇ ਗੁੱਛਾ ਜਿਹਾ ਬਣਾ ਕੇ ਆਪਣੇ ਸਿਰ ਉੱਤੇ ਇਸ ਕਰਕੇ ਰੱਖਦੀਆਂ ਸਨ ਤਾਂ ਕਿ ਲੰਬੀ ਵਾਟ ਹੋਣ ਕਰਕੇ ਸੌਖਾ ਤੁਰ ਕੇ ਪਹੁੰਚ ਸਕਣ, ਤੇ ਔਰਤਾਂ ਮਰਦਾਂ ਤੋਂ ਦੀ ਉਸ ਪਗਡੰਡੀ ਉੱਤੇ ਥੋੜ੍ਹੀ ਦੂਰੀ ਇਸ ਕਰਕੇ ਰੱਖਦੀਆਂ ਸਨ ਤਾਂ ਕਿ ਰਾਹ ਵਿੱਚ ਕੁੰਡ ਕੱਢਣ ਤੋਂ ਵੀ ਬਚਿਆ ਜਾ ਸਕੇ। ਮਰਦ ਵੀ ਔਰਤਾਂ ਤੋਂ ਇਸ ਕਰਕੇ ਹੀ ਮੁਨਾਸਬ ਫਰਕ ਰੱਖ ਕੇ ਅੱਗੇ ਤੁਰਦੇ ਹੁੰਦੇ ਸਨ ਤਾਂ ਕਿ ਔਰਤਾਂ ਨੂੰ ਰਾਹ ਵਿੱਚ ਵੀ ਕੁੰਡ ਕੱਢਣ ਦੀ ਖੇਚਲ ਨਾ ਕਰਨੀ ਪਵੇ। ਮਕਾਨ ਜਾਣੀ ਤੇ ਕੀਰਨੇ ਤੇ ਵੈਣ ਪਾਉਣੇ। ਨੇੜਲੇ ਰਿਸ਼ਤਿਆਂ ਵਿੱਚ ਕਿਸੇ ਪਿਆਰੇ ਦੇ ਮਰ ਜਾਣ ਵਾਲੇ ਯਾਨੀ ਵਾਲੀ ਦੇ ਘਰ ਅਫਸੋਸ ਕਰਨ ਜਾਣ ਵਾਲੀ ਮਰਦਾਂ ਔਰਤਾਂ ਦੀ ਛੋਟੀ ਵੱਡੀ ਟੋਲੀ ਨੂੰ ਮਕਾਨ ਕਿਹਾ ਜਾਂਦਾ ਹੈ। ਟੋਲੀ ਦੀ ਗਿਣਤੀ ਆਕਾਰ ਪੱਖੋਂ ਰਿਸ਼ਤੇ ਦੀ ਨੇੜਤਾ, ਮਰਨ ਵਾਲੇ ਦੀ ਉਮਰ ਤੇ ਪ੍ਰਸਿੱਧੀ ਉੱਪਰ ਨਿਰਭਰ ਹੁੰਦੀ ਸੀ। ਸਾਡੇ ਪਿੰਡ ਵਿੱਚ ਆਈ ਹਰ ਮਕਾਨ ਨੂੰ ਵੀ ਮੈਂ ਵੇਖਦਾ ਹੁੰਦਾ ਸੀ। ਉਸ ਵਿੱਚ ਤੁਰ ਕੇ ਆਏ ਮਰਦ ਸਾਰੇ ਪਿੰਡ ਦੇ ਥੋੜ੍ਹਾ ਪਿੱਛੇ ਹੀ ਸਾਰੇ ਰੁਕ ਕੇ ਹੱਥ ਵਿੱਚ ਫੜੀ ਜੁੱਤੀ ਪਾ ਲੈਂਦੇ ਤੇ ਲੱਕ ਉੱਪਰ ਟੰਗੀ ਹੋਈ ਚਾਦਰ ਹੇਠਾਂ ਸੁੱਟ ਕੇ ਗਿੱਟੇ ਲਕੋ ਲੈਂਦੇ ਤੇ ਸੋਗ ਵਾਲੇ ਘਰ ਵਿਛਾਈਆਂ ਹੋਈਆਂ ਦਰੀਆਂ ਉੱਪਰ ਬੈਠੇ ਪਿੰਡ ਦੇ ਘਰ ਵਾਲਿਆਂ ਦੇ ਨਾਲ ਭਰੇ ਹੋਏ ਮਨ ਨਾਲ ਬੈਠ ਕੇ ਦੁੱਖ ਸਾਂਝਾ ਕਰਨ ਲੱਗ ਪੈਂਦੇ ਸਨ। ਉਹ ਉੱਥੇ ਪਾਣੀ ਤਾਂ ਪੀ ਲੈਂਦੇ, ਪਰ ਚਾਹ ਦਾ ਰਿਵਾਜ਼ ਨਾ ਹੋਣ ਕਰਕੇ ਅਫਸੋਸ ਕਰਕੇ ਸ਼ਾਮ ਤੱਕ ਘਰ ਜ਼ਰੂਰ ਪਹੁੰਚ ਜਾਂਦੇ ਸਨ। ਉਹਨਾਂ ਨਾਲ ਆਈਆਂ ਔਰਤਾਂ ਪਿੰਡ ਦੇ ਨੇੜੇ ਆ ਕੇ ਪਿਛਲੀਆਂ ਗੱਲਾਂ ਕਰਨੀਆਂ ਛੱਡ ਕੇ ਜੁੱਤੀ ਤੇ ਘੱਗਰਾ ਲਾ ਕੇ ਕੁੰਡ ਕੱਢ ਲੈਂਦੀਆਂ ਤੇ ਰਿਸ਼ਤੇ ਵਿੱਚੋਂ ਮਰਨ ਵਾਲੇ ਦੀ ਨੇੜਲੀ ਰਿਸ਼ਤੇਦਾਰ ਔਰਤ ਨੂੰ ਅੱਗੇ ਤੋਰਦੀਆਂ ਤੇ ਆਪ ਉਸ ਦੇ ਪਿੱਛੇ ਪਿੱਛੇ ਤੁਰਦੀਆਂ। ਨੇੜਲੀ ਰਿਸ਼ਤੇਦਾਰ ਔਰਤ ਪਿਛਲੀਆਂ ਦੀ ਅਗਵਾਈ ਵੀ ਕਰਦੀ ਤੇ ਬਹੁਤ ਉੱਚੀ ਆਵਾਜ਼ ਵਿੱਚ ਹਾਏ ਹਾਏ ਕਹਿ ਕੇ ਰੋਂਦੀ ਤੇ ਸਭ ਤੋਂ ਜ਼ਿਆਦਾ ਜ਼ੋਰ ਨਾਲ ਪਿੱਟਦੀ, ਆਪਣੇ ਪੱਟਾਂ ਤੇ ਦੁਹੱਥੜ ਮਾਰਦੀ, ਸਰੀਰ ਨੂੰ ਭੰਨ ਲੈਂਦੀ। ਪਿਛਲੀਆਂ ਉਸ ਦੀ ਨਕਲ ਜ਼ਰੂਰ ਕਰਦੀਆਂ, ਪਰ ਸੰਭਲ ਅਫਸੋਸ ਵਾਲੇ ਘਰ ਪਹੁੰਚ ਜ਼ਰੂਰ ਜਾਂਦੀਆਂ ਸਨ, ਜਿੱਥੇ ਦਰੀਆਂ ਉੱਤੇ ਵਿਹੜੇ ਵਿੱਚ ਖੜੀਆਂ ਸੋਗ ਵਾਲੇ ਪਰਿਵਾਰ ਦੀਆਂ ਔਰਤਾਂ ਹੁੰਦੀਆਂ ਸਨ। ਉਸ ਪੁਰਾਣੇ ਸਮੇਂ ਵਿੱਚ ਸਾਡੇ ਪਿੰਡ ਦੀ ਇੱਕ ਬੁੱਢੀ ਨੈਣ ਨਾਮ ਜਵਾਲੀ ਸੀ, ਜੋ ਮੇਰੀ ਦਾਦੀ ਦੀ ਉਮਰ ਦੀ ਸੀ। ਉਸ ਤੋਂ ਮਗਰੋਂ ਉਸ ਦੀ ਨੂੰਹ ਧਨ ਸੀ, ਜੋ ਮੇਰੀ ਮਾਂ ਦੀ ਉਮਰ ਜਿੱਡੀ ਸੀ। ਦੋਵੇਂ ਹੀ ਬਹੁਤ ਸਮਝਦਾਰ ਤੇ ਆਈਆਂ ਮਕਾਨਾਂ ਦੀ ਅਗਵਾਈ ਕਰਦੀਆਂ ਰਹੀਆਂ ਸਨ। ਉਹ ਮਕਾਨ ਵਿੱਚ ਆਈਆਂ ਸਾਰੀਆਂ ਔਰਤਾਂ ਨੂੰ ਗੋਲ ਘੇਰੇ ਵਿੱਚ ਖੜੀਆਂ ਕਰਕੇ ਵਿਚਕਾਰ ਆਪ ਖੜੀਆਂ ਹੋ ਕੇ ਹਰ ਕੀਰਨੇ ਦਾ ਮੁੱਢਲਾ ਹਿੱਸਾ ਬੋਲਦੀਆਂ ਸੀ ਤੇ ਅਗਲਾ ਹਿੱਸਾ ਉਹਨਾਂ ਤੋਂ ਬੁਲਵਾਉਂਦੀਆਂ ਹੁੰਦੀਆਂ ਸਨ, ਤੇ ਨਵੀਂ ਆਈ ਕੋਈ ਅਣਜਾਣ ਔਰਤ ਨੂੰ ਵੀ ਉਹ ਸਭ ਕੁਝ ਕਰਨਾ ਸਿਖਾ ਕੇ ਹੀ ਹਟਦੀਆਂ ਸਨ। ਜਿਹੜੀ ਔਰਤ ਸਿਆਪੇ ਦੀ ਜ਼ੋਰ ਤਾਕਤ ਨਾਲ ਕਰਨ ਵਾਲੀ ਯਾਨੀ ਡਰਿਲ ਕੁਐਤ ਕਰਕੇ ਥੱਕ ਕੇ ਤੇ ਟੁੱਟ ਭੱਜ ਕੇ ਹਾਲੋਂ ਬੇਹਾਲ ਹੋ ਕੇ ਬੈਠ ਜਾਂਦੀ, ਤਦ ਉਹ ਉਸ ਨੂੰ ਫਿਰ ਫੜ ਕੇ ਖੜੀ ਕਰ ਦਿੰਦੀਆਂ ਤੇ ਉਹਨਾਂ ਦਾ ਓੜਕ ਦੇਖਣ ਤੱਕ ਪਹੁੰਚ ਜਾਂਦੀਆਂ ਤੇ ਆਪ ਵੀ ਥੱਕਦੀਆਂ ਨਹੀਂ ਹੁੰਦੀਆਂ ਸਨ। ਥੱਕੀਆਂ ਹੋਈਆਂ ਔਰਤਾਂ ਨੂੰ ਮਕਾਨ ਭੁਗਤਾਉਣ ਤੋਂ ਮਗਰੋਂ ਥੱਕੀਆਂ ਹੋਣ ਕਰਕੇ ਲੰਬੀ ਵਾਟ ਤੁਰ ਕੇ ਘਰ ਵਾਪਸ ਆਉਣਾ ਬਹੁਤ ਮੁਸ਼ਕਲ ਹੋ ਜਾਂਦਾ ਸੀ। ਉਹ ਆਈਆਂ ਔਰਤਾਂ ਨੂੰ ਪਹਿਲੋਂ ਆਪ ਆਪਣੀਆਂ ਗੱਲਾਂ 'ਤੇ ਹੱਥ ਮਾਰ ਕੇ, ਫਿਰ ਪੱਟਾਂ 'ਤੇ, ਤੀਜੀ ਵਾਰ ਫਿਰ ਪੱਟਾਂ 'ਤੇ ਦੋਵੇਂ ਹੱਥ ਤੇ ਹੱਥੜ ਮਾਰ ਸਿਖਾਉਂਦੀਆਂ ਸਨ। ਫਿਰ ਉਹਨਾਂ ਕੋਲੋਂ ਮਗਰ ਕਰਵਾਉਂਦੀਆਂ ਸਨ, ਜਿਸ ਨੂੰ ਸਿਆਪਾ ਕਹਿੰਦੇ ਸੀ। ਪੂਰੀ ਸਿਖਲਾਈ ਦੇ ਕੇ ਸਿਆਪੇ ਕੀਰਨੇ ਦਾ ਪਹਿਲਾ ਟੱਪਾ ਉਹ ਆਪ ਬੋਲਦੀ, ਉਸ ਤੋਂ ਮਗਰੋਂ ਉਹ ਸਾਰੀਆਂ ਮਿਲ ਕੇ ਬੋਲਦੀਆਂ ਸਨ। ਨਾਲ ਗੱਲਾਂ ਛਾਤੀਆਂ ਤੇ ਪੱਟਾਂ ਉੱਤੇ ਦੁਹੱਥੜ ਤੇ ਹੱਥੜ ਮਿਲ ਕੇ ਮਾਰਦੀਆਂ ਸਨ। ਉਹ ਬੁੱਢੇ ਮਨੁੱਖ ਦਾ ਸਿਆਪਾ ਇਵੇਂ ਕਰਦੀਆਂ ਸਨ। ਔਰਤਾਂ ਦਾ ਸਿਆਪਾ, ਨੈਣ ਤੇ ਖੜੀਆਂ ਔਰਤਾਂ। ਵਾਹ ਰਾਜਾ, ਵਾਹ ਰਾਜਾ, ਐਸੀ ਵੱਡਾ ਜਨਮਾ, ਵਾਹ ਰਾਜਾ, ਐਸੀ ਮਾਣ ਰਾਜਾ, ਵਾਹ ਰਾਜਾ, ਐਸੀ ਵੱਡ ਕਰਮਾ, ਵਾਹ ਰਾਜਾ, ਐਸੀ ਤਾਣ ਰਾਜਾ, ਵਾਹ ਰਾਜਾ, ਐਸੀ ਸੋ ਵਰਤਾਵੇਗਾ, ਵਾਹ ਰਾਜਾ। ਜਵਾਨ ਮਰਦ ਦਾ ਸਿਆਪਾ, ਹਾਇਆ ਹਾਏ ਹਾਏ, ਹਾਇਆ ਹਾਏ ਹਾਏ, ਹਾਏ ਸੁੰਨੀਓ, ਹਾਇਆ ਹਾਏ ਹਾਏ, ਹਾਏ ਚੰਦਰੀਓ, ਹਾਇਆ ਹਾਏ ਹਾਏ, ਹਾਏ ਖਾਲੀਓ, ਹਾਇਆ ਹਾਏ ਹਾਏ, ਹਾਏ ਭੈੜੀਓ, ਹਾਇਆ ਹਾਏ ਹਾਏ, ਤੇਰੇ ਰਹਿਣੋ, ਹਾਇਆ ਹਾਏ ਹਾਏ। ਮੁਟਿਆਰ ਧੀ ਦਾ ਸਿਆਪਾ,
ਚੂੜੇ ਵਾਲੀਏ ਧੀਏ ਨੀ, ਹਾਏ 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 ਧੀਏ, ਤੈਨੂੰ ਕੀ ਹੋਇਆ ਧੀਏ ਮੋਰਨੀਏ, ਹਾਏ ਧੀਏ ਮੋਰਨੀਏ, ਜੁਗਨੀ ਵਾਲੀ ਧੀਏ ਨੀ, ਹਾਇਆ ਹਾਏ ਧੀਏ, ਤੈਨੂੰ ਰੋਗ ਵਲੜਾ ਲੱਗਾ ਧੀਏ ਮੋਰਨੀਏ, ਹਾਏ ਧੀਏ ਮੋਰਨੀਏ, ਚੌਂਕ ਵਾਲੀ ਧੀਏ, ਹਾਇਆ ਹਾਏ ਧੀਏ, ਤੈਨੂੰ ਮਾਰੂ ਝੋਲਾ ਲੱਗਾ ਧੀਏ ਮੋਰਨੀਏ, ਹਾਇਆ ਧੀਏ ਮੋਰਨੀਏ। ਇਸ ਤਰ੍ਹਾਂ ਵੈਣ ਜੋ ਕੱਲੀ ਇੱਕ ਔਰਤ ਕੱਲੀ ਗੀਤ ਵਾਂਗੂ ਗਾ ਕੇ ਆਪਣੇ ਪਿਆਰੇ ਦਾ ਨਾਂ ਲੈ ਕੇ ਕਹਿੰਦੀ, ਵੇ ਤੂੰ ਕਿੱਥੇ ਤੁਰ ਗਿਆ ਮੈਨੂੰ ਦੱਸੇ ਤੋਂ ਬਗੈਰ ਪੁੱਤਾ, ਵੇ ਪੁੱਤਾ ਤੇਰਾ ਜੇ ਜਾਣ ਦਾ ਵੇਲਾ ਨਹੀਂ ਸੀ। ਉਹ ਆਪਣੇ ਤੁਰ ਅੰਦਰੋਂ ਨਿਕਲਦੀ ਚੀਸ ਵਾਲੇ ਸ਼ਬਦ ਬੋਲਦੀ ਅਤੇ ਸੁਣਨ ਵਾਲਿਆਂ ਦੀਆਂ ਅੱਖਾਂ ਵੀ ਨਮ ਕਰ ਦਿੰਦੀ ਅਤੇ ਦਿਲ ਨੂੰ ਦਰਦਨਾਕ ਗਮ 'ਚ ਲੈ ਜਾਂਦੀ। ਕਈ ਵਾਰ ਉਸਨੂੰ ਸੁਣਨ ਵਾਲਾ ਵੀ ਸੱਚਮੁੱਚ ਰੋ ਉੱਠਦਾ, ਕਈ ਵਾਰ ਉਹ ਸੁਰਤ ਵੀ ਗਵਾ ਬੈਠਦੀ। ਤਦ ਉਸਨੂੰ ਫੜ ਕੇ ਪਿਆਰ ਨਾਲ ਚੁੱਪ ਕਰਵਾਉਣਾ ਪੈਂਦਾ। ਇਸ ਸੋਗ ਦੀ ਰਸਮ ਵਿੱਚ ਗਲਾ ਵੀ ਬੈਠ ਜਾਂਦਾ, ਪਰ ਗਮ ਵਿੱਚ ਡੂੰਘਾ ਉਤਰਨ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਗਮ ਜ਼ਿਆਦਾ ਕਰ ਲੈਣਾ ਕਿਸੇ ਮਸਲੇ ਦਾ ਹੱਲ ਤਾਂ ਨਹੀਂ ਹੈ। ਇਸੇ ਕਰਕੇ ਹੀ ਸਿੱਖੀ ਵਿੱਚ ਭਾਣਾ ਮੰਨਣ ਉੱਤੇ ਜ਼ੋਰ ਦਿੱਤਾ ਗਿਆ। ਵੈਸੇ ਹੁਣ ਪਹਿਲਾਂ ਨਾਲੋਂ ਸੁਧਾਰ ਵੀ ਹੋਇਆ। ਮਨੁੱਖੀ ਜ਼ਿੰਦਗੀ ਦੀਆਂ ਰਸਮਾਂ ਖੁਸ਼ੀ ਵਾਲੀਆਂ ਚਾਹੇ ਗਮ ਵਾਲੀਆਂ ਹੋਣ, ਪੰਜਾਬੀ ਸੱਭਿਆਚਾਰ ਵਿੱਚ ਮਰਦ ਨਾਲੋਂ ਹਰ ਰਸਮ ਵਿੱਚ ਔਰਤ ਦਾ ਰੋਲ ਜ਼ਿਆਦਾ ਹੀ ਹੁੰਦਾ ਹੈ। ਕੋਈ ਵੀ ਰਸਮ ਔਰਤ ਤੋਂ ਬਗੈਰ ਅਧੂਰੀ ਲੱਗਣ ਲੱਗ ਜਾਂਦੀ ਹੈ। ਰੇਡੀਓ ਉੱਪਰ ਇੱਕ ਪੰਜਾਬੀ ਗੀਤ ਸੁਣਨ ਨੂੰ ਮਿਲਦਾ ਹੈ, ਤੂੰਬਾ ਵੱਜਦਾ ਹੀ ਨਾ ਤਾਰ ਬਿਨਾ, ਤੂੰਬਾ ਵੱਜਦਾ ਹੀ ਨਾ। ਇਸ ਦੀ ਇੱਕ ਤੁਕ ਹੈ, ਕੋਈ ਡਰਦੀ ਪਿੱਟਣ ਨਾ ਜਾਵੇ, ਛੜਿਆਂ ਦੀ ਮਾਂ ਮਰ ਗਈ। ਜਿਵੇਂ ਕਿਸੇ ਗੀਤਕਾਰ ਨੇ ਗੀਤ ਲਿਖ ਦਿੱਤਾ ਜੋ ਸੋਗ ਬਾਰੇ ਸੀ। ਮਨੁੱਖੀ ਜ਼ਿੰਦਗੀ ਵਿੱਚ ਦੁੱਖ ਸੁੱਖ ਗਮੀਆਂ ਖੁਸ਼ੀਆਂ ਭਾਵ ਸਾਰੇ ਵੇਲਿਆਂ ਬਾਰੇ ਬਣਿਆ ਸੱਭਿਆਚਾਰ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਇਸ ਨੂੰ ਅਲੋਪ ਹੋਣ ਤੋਂ ਬਚਾਉਣਾ ਚਾਹੀਦਾ, ਕਿਉਂਕਿ ਅਲੋਪ ਹੋ ਚੁੱਕਾ ਕੀਮਤੀ ਸੱਭਿਆਚਾਰ ਮੁੜ ਹੱਥ ਨਹੀਂ ਆਉਂਦਾ ਹੈ। ਅਗਲੇ 7ਵੇਂ ਅਧਿਆਏ ਵਿੱਚ ਅਸੀਂ ਗੱਲ ਕਰਾਂਗੇ ਸਮਾਜਿਕ ਸਾਧਨਾਂ ਦੇ ਸੱਭਿਆਚਾਰ ਬਾਰੇ।